सतनाम वाहिगुरु साहिब जीओ के सर्वत्र दीनै के सर्वत्र लीनै के सर्वत्र जाहो के सर्वत्र पाहो के सर्वत्र दीनै के सर्वत्र लीनै के सर्वत्र जाहो के सर्वत्र पाहो के सर्वत्र देसै के सर्वत्र भेसै के सर्वत्र कालै के सर्वत्र पालै के सर्वत्र हंता के सर्वत्र गंता के सर्वत्र भेखी के सर्वत्र पेखी के सर्वत्र काजै के सर्वत्र राजै के सर्वत्र सुख के सर्वत्र पोख के सर्वत्र सुख के सर्वत्र पोख। वाहिगुरु जी का खालसा वाहिगुरु जी की फतेह। सतगुरु गरीब नवाज पातशाह छतर चवर तखत दे मालिक शब्द गुरु धन गुरु ग्रंथ साहिब पातशाह जी दे पावन पवित्र दरबार अंदर सुभाएमान गुरु रूप साध संगत जीओ, आप जी बड़ भागे हो जो गुरु दरबार विच पहुँच के अकाल पुरख वाहिगुरु वालों मिले इस अमोलक मनुखी जीवन नूं सफल कर रहे। सतगुरु कलगीधर पातशाह जी दे मुखारबिंद तो उचारण की हुई पावन पवित्र बाणी जाप साहिब कुछ छंद आप जी ने सरवण कीते। सतगुरां ने इस पवित्र बाणी अंदर अकाल पुरख वाहिगुरु की तस्वीर, उसका स्वरूप और सुभाव, ये दो चीज़ां इहदे विच विद्यमान कीतियां ने। एक पासे दसिया उहदा चक्र चिहन कोई नहीं, शरीर तो बिना है, आम मनुखी जीव वांगू जन्म मरण के गेड़ विच नहीं पैंदा और ना ही इत्थों दे दुख और सुख उस उत्ते लागू हुंदे। तां फिर इस तरह दे रब नूं याद किवें कीता जाए, उन्हूं चेते विच किवें वसाया जाए, वो किहड़ी जुगत है, किहड़ा तरीका है। तो सतगुरु ने जो कुछ महसूस किया अपनी जिंदगी अंदर माणिया है, अकाल पुरख नूं जप के प्यार करके वेख के जो उन्होंने आप हंडाया अपनी जिंदगी विच, वो जिहड़ी महसूस करन दी जिहड़ी प्रक्रिया सी उहदे विचों जिहड़ा ज्ञान प्रगट होया
ਉਹ ਸਾਡੇ ਵਾਸਤੇ ਬਾਣੀ ਦੇ ਵਿੱਚ ਸਤਿਗੁਰਾਂ ਨੇ ਅੰਕਿਤ ਕੀਤਾ ਹੈ। ਇੱਕ ਆਮ ਬੰਦੇ ਦੀ ਸਾਂਝ ਉਹਦੇ ਨਾਲ ਇਸ ਤਰ੍ਹਾਂ ਪੈ ਜਾਏ, ਹੋਰ ਕੋਈ ਸਾਧਨ ਨਹੀਂ, ਕੋਈ ਵੀ ਵਿਚੋਲਾ ਨਹੀਂ ਜਿਹੜਾ ਉਹਦੇ ਨਾਲ ਜੋੜ ਸਕਦਾ ਹੈ। ਸਿਰਫ ਬਾਣੀ ਤੇ ਉਹਨਾਂ ਸਤਿਪੁਰਸ਼ਾਂ ਦਾ ਗਿਆਨ, ਜੋ ਕੁਝ ਉਹਨਾਂ ਨੇ ਮਾਣਿਆ, ਜੋ ਉਹਨੂੰ ਬਾਣੀ ਵਿੱਚ ਅੰਕਿਤ ਕੀਤਾ, ਉਹਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ, ਹੰਢਾ ਕੇ ਆਪਣੀ ਜ਼ਿੰਦਗੀ ਅੰਦਰ, ਤੇ ਅਸੀਂ ਉਸ ਅਵਸਥਾ ਦੇ ਕੁਝ ਹਿੱਸੇ ਜਾਣ ਸਕਨੇ। ਤੇ ਸਤਿਗੁਰੂ ਨੇ ਅੱਜ ਦੇ ਇਹਨਾਂ ਸੰਤਾਂ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਸਰਬੱਤਰ ਦੀਨੈ, ਕੇ ਸਰਬੱਤਰ ਦੀਨੈ। ਕਹਿਣ ਲੱਗੇ ਜਦੋਂ ਮੈਂ ਤੈਨੂੰ ਦੇਖਣਾ ਤੇ ਜਦੋਂ ਦਾ ਸੰਸਾਰ ਬਣਿਆ, ਹਰ ਇੱਕ ਬੰਦੇ ਦੀ ਹਰ ਰੋਜ਼ ਕੋਈ ਨਾ ਕੋਈ ਮੰਗ ਹੈ, ਤੇ ਇੱਕ ਟਾਈਮ ਨਹੀਂ, ਤਿੰਨ ਸਮੇਂ ਬੰਦੇ ਨੂੰ ਖਾਣ ਲਈ, ਪੀਣ ਲਈ ਚਾਹੀਦਾ। ਹਜ਼ਾਰਾਂ ਹੀ ਜੀਵ ਪੈਦਾ ਕੀਤੇ, ਲੱਖਾਂ ਦੀ ਗਿਣਤੀ ਵਿੱਚ, ਕੋਈ ਸ਼ੁਮਾਰ ਨਹੀਂ, ਕੋਈ ਅੰਤ ਨਹੀਂ। ਤੇ ਜਿੰਨਿਆਂ ਨੂੰ ਤੂੰ ਪੈਦਾ ਕੀਤਾ, ਉਹਨਾਂ ਸਾਰਿਆਂ ਦੇ ਵਿੱਚ ਤੂੰ ਤ੍ਰਿਸ਼ਨਾ ਪਾਈ ਹੈ ਕਿ ਕੁਝ ਨਾ ਕੁਝ ਮੰਗਣਗੇ ਜ਼ਰੂਰ। ਜਨਮ ਲੈਂਦਿਆਂ ਸਾਰ ਤੇ ਕੋਈ ਜ਼ਿਆਦਾ ਨਹੀਂ ਮੰਗਦਾ ਜੀਵ, ਸਿਰਫ ਸਰੀਰ ਵਾਸਤੇ ਦੁੱਧ ਮੰਗਦਾ। ਪਹਿਲੇ ਪਿਆਰ ਲੱਗਾ ਥਣ ਦੁੱਧ। ਤੇ ਜਦੋਂ ਤੂੰ ਇਹਨੇ ਲੋਕਾਂ ਨੂੰ ਪੈਦਾ ਕੀਤਾ ਤੇ ਫਿਰ ਤੈਨੂੰ ਉਹਨਾਂ ਦੇ ਅੰਦਰ ਇੱਕ ਰੁਚੀ ਪਾ ਦਿੱਤੀ ਵੀ ਹਰ ਇੱਕ ਨੇ ਕੁਝ ਨਾ ਕੁਝ ਮੰਗਣਾ ਹੈ। ਜਿਉਂ-ਜਿਉਂ ਸਰੀਰ ਵਧੇਗਾ, ਜਿਉਂ-ਜਿਉਂ ਮਨ ਦਾ ਵਿਕਾਸ ਹੋਵੇਗਾ ਤੇ ਸੰਸਾਰੀ ਗਿਆਨ ਇਹਦੇ ਵਿੱਚ ਵਧੇਗਾ, ਤਿਉਂ-ਤਿਉਂ ਤ੍ਰਿਸ਼ਨਾ ਵੀ ਨਾਲ ਵੱਡੀ ਹੋ ਜਾਏਗੀ, ਮੰਗਾਂ ਵੀ ਵੱਡੀਆਂ ਹੋ ਜਾਣਗੀਆਂ, ਹੋਰ ਵੱਡੀ ਮੰਗ ਵੱਧਦੀ ਜਾਏਗੀ। ਇਹ ਪਤਾ ਸੀ ਉਹਨੂੰ। ਤਾਂ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਕਾਇਨਾਤ ਦੇ ਅੰਦਰ, ਇਸ ਧਰਤੀ ਦੇ ਅੰਦਰ ਇੰਨਾ ਕੁਝ ਪਹਿਲਾਂ ਹੀ ਪਾ ਦਿੱਤਾ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਸਨ ਲੋਏ ਲੋਏ ਭੰਡਾਰ। ਭੰਡਾਰ ਕਹਿੰਦੇ ਨੇ ਖਜ਼ਾਨਿਆਂ ਨੂੰ। ਬੰਦੇ ਦੇ ਮਨ ਦੀ ਭੁੱਖ ਦਾ ਉਹਨੂੰ ਪਤਾ ਸੀ। ਇਹਨੇ ਆਪਣੇ ਜੋਗਾ ਤੇ ਮੰਗਣਾ ਹੀ ਮੰਗਣਾ, ਇਹਨੇ ਢੇਰ ਲਾਉਣ ਜੋਗਾ ਵੀ ਮੰਗਣਾ ਹੈ, ਇਕੱਠਾ ਕਰਨ ਜੋਗਾ ਵੀ ਮੰਗਣਾ ਹੈ। ਅੱਖ ਹੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਕੇ ਸਰਬੱਤਰ ਦੀਨੈ। ਫਿਰ ਸਾਰਿਆਂ ਨੂੰ ਦਿੰਦਾ ਵੀ ਹੈ। ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ। ਇੱਕ ਉਹਦਾ ਸੁਭਾਵ ਹੈ ਕਿ ਜਿਹੜੇ ਜੀਵ ਜੋ ਵੀ ਕੋਈ ਮੰਗੇਗਾ ਉਹਨੇ ਦੇਣਾ ਹੀ ਦੇਣਾ ਹੈ, ਭਾਵੇਂ ਕਿੰਨਾ ਕੁਝ ਮੰਗ ਲੈ, ਕੋਈ ਸ਼ੱਕ ਨਹੀਂ। ਹਾਂ, ਇੱਕ ਉਹਦੀ ਮਜਬੂਰੀ ਹੈ ਬਈ ਸਮਾਂ ਤਾਂ ਉਹਨੂੰ ਚਾਹੀਦਾ ਵੀ ਇੱਕੋ ਦਮ ਨਹੀਂ ਕੁਝ ਦੇ ਸਕਦਾ। ਜਿਹੜੀ ਵੀ ਚੀਜ਼ ਦਾ ਸੰਕਲਪ ਸਾਡੇ ਵਿੱਚ ਅੱਜ ਪੱਕਾ ਹੋ ਗਿਆ ਨਾ ਵੀ ਇਹ ਮੇਰੇ ਕੋਲ ਹੋਵੇ, ਤਾਂ ਉਹਦੇ ਦਰਬਾਰ ਵਿੱਚ ਉਹਦੀ ਘੰਟੀ ਖੜਕ ਗਈ, ਉੱਥੇ ਉਹ ਖਬਰ ਪਹੁੰਚ ਗਈ ਵੀ ਫਲਾਣੇ ਬੰਦੇ ਨੇ ਇਹ ਚੀਜ਼ ਮੰਗ ਲਈ ਹੈ, ਵੇਖਿਆ ਅੱਜ ਕਿੱਥੇ ਦਿਆਂ। ਫਿਰ ਲੰਬੇ ਤੋਂ ਲੰਬੇ ਜਨਮ ਵੱਧਦੇ ਜਾਂਦੇ ਨੇ। ਪਰ ਦੂਜੇ ਪਾਸੇ ਮੰਗਣ ਵਾਲੇ ਦੀ ਮੁਸੀਬਤ ਵੱਧ ਜਾਂਦੀ ਹੈ, ਕਿਉਂਕਿ ਜਿਉਂ-ਜਿਉਂ ਉਹਦੀਆਂ ਮੰਗਾਂ ਵੱਧਦੀਆਂ ਨੇ, ਤਿਉਂ-ਤਿਉਂ ਜਿਉਂ-ਜਿਉਂ ਉਹਦੀ ਤ੍ਰਿਸ਼ਨਾ ਵੱਡੀ ਹੁੰਦੀ ਹੈ, ਤ੍ਰਿਸ਼ਨਾ ਵੱਡੀ ਹੋਣ ਦੇ ਨਾਲ ਨਾਲ ਉਹਦਾ ਦੁੱਖ ਵੀ ਵੱਡਾ ਹੁੰਦਾ ਜਾਂਦਾ ਹੈ। ਜਿੰਨੀ ਵੱਡੀ ਤ੍ਰਿਸ਼ਨਾ ਓਨਾ ਵੱਡਾ ਦੁੱਖ, ਜਿੰਨਾ ਵੱਡਾ ਸੰਤੋਖ ਓਨਾ ਵੱਡਾ ਸੁੱਖ। ਇਹ ਦੋ ਚੀਜ਼ਾਂ ਦੇ ਨਾਮ ਨੇ। ਸੁੱਖ ਕਿਹਨੂੰ ਕਹਿੰਦੇ ਨੇ? ਸੰਤੋਖ ਨੂੰ। ਸੰਤੋਖ ਦਾ ਮਤਲਬ ਕੀ ਹੈ ਕਿ ਜੋ ਕੁਝ ਕੋਲ ਹੈ ਉਹਨੂੰ ਵੇਖਣਾ, ਜੋ ਕੁਝ ਆਪਣੇ ਕੋਲ ਹੈ ਉਹਨੂੰ ਵੇਖਣਾ, ਉਹਨੂੰ ਕਹਿੰਦੇ ਸੰਤੋਖ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੰਤੋਖ ਥਾਪ ਰੱਖਿਆ ਜਿਨ ਸੂਤ। ਸੂਤ ਦਾ ਮਤਲਬ ਹੁੰਦਾ ਹੈ ਜਿਹੜੇ ਸੂਤਰ ਨਾਲ, ਜਿਹੜੇ ਧਾਗੇ ਨਾਲ ਮਿਸਤਰੀ ਰਾਜ ਕੰਧ ਸਿੱਧੀ ਰੱਖਦਾ। ਜੇ ਸੂਤਰ ਨਾ ਹੋਵੇ, ਜਦੋਂ ਕੰਧ ਕੱਢੀ ਜਾਂਦੀ, ਮਕਾਨ ਬਣਾਏ ਜਾਂਦੇ। ਜੇ ਕਿਸੇ ਮਕਾਨ ਬਣਾਉਣ ਵਾਲੇ, ਨਿਰਮਾਣ ਕਰਨ ਵਾਲੇ ਮਿਸਤਰੀ ਕੋਲ ਸੂਤਰ ਨਹੀਂ, ਧਾਗਾ ਨਹੀਂ, ਉਹ ਕੰਧ ਡਿੰਗੀ ਹੋ ਜਾਏਗੀ। ਤੇ ਜਿਸ ਬੰਦੇ ਕੋਲ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੰਤੋਖ ਦਾ ਧਾਗਾ ਨਹੀਂ ਨਾ, ਸੰਤੋਖ ਥਾਪ ਰੱਖਿਆ ਜਿਨ ਸੂਤ,
जिस मनुख की जिंदगी विच सबर संतोख का धागा नहीं, बस उहदी जिंदगी की कंध फिर डिंगी हो जाती है। कोई इट इधर नूं कोई उधर नूं। इसलिए कहते हैं सब तो करूप लोभी बंदा है। ਜਿਹੜਾ मनुख लोभी है ना, ज्यों-ज्यों बंदा संतोखी होवेगा, नैन नक्शा की गल नहीं, ये एक विज्ञान है सुंदरता का, नैन नक्श की गल नहीं। ज्यों-ज्यों गुरु के सवारिओ बंदे का संतोख वधेगा, त्यों-त्यों उसकी सुंदरता वधनी शुरू हो जाएगी। भावें वो किवें दा है, किहड़ी नस्ल का, किहड़ी रंग का है, किहड़े ढंग का है, कुछ भी होवे, संतोख एक ऐसी सुंदरता है, वो सुंदर कर देंदा मनुख नूं। तां ज्यों-ज्यों कहंदे ने संतोख वधदा है, त्यों-त्यों कहंदे ने सुंदरता वधदी है। ये नैन नक्शा नाल संबंधित नहीं हुंदी। तुसीं वेखोगे इस धरती दे उत्ते किन्ने पंछी ते पशु ने जिहड़े बड़े सोहणे लगदे ने, कदी उन्होंने अपने शरीर नूं शिंगार नहीं किया, जिवें दा रब ने दिता उस तरह ही रख लिया, पर बड़े सोहणे लगते ने, बड़े सुंदर लगते ने। तो सवाल खड़ा हुंदा सोहणे क्यों लगते ने, सुंदर क्यों लगते ने? क्योंकि उन्होंने जिवें दा शरीर रब ने दिता उवें दा उन्हां प्रवान कर लिया, उहदे विच कट वड्ड नहीं कीती। पर जे बंदा इहनूं वेखो मनुख वल वेखने किन्नी तरह का शिंगार करता है, किन्नी तरह की कट वड्ड करता है, किन्नी तरह का हेर फेर करता है अपने शरीर दे विच, पर उहदे जीवन विच खिच ही कोई नहीं है। जिवें कोई ये बनिया बनाया पुतला हुंदा है, जिवें रबड़ दे फुੱਲ हुंदे ने, खिच नहीं उहदे विच। तां मैं गल कर रहा सी संतोख। संतोख जिहड़ा है सूत्र है जिंदगी का, जो कुछ अकाल पुरख ने दिता है उन्होंने खुशी खुशी अपना नसीब समझ लेना, अपनी किस्मत जान के प्रवान करना, ये तो वड्डा होर कोई सूत्र नहीं जिंदगी का जिहड़ा साडी जिंदगी नूं सीधे राह ते चला सके। ते दूसरे पासे साध संगत लोभ की प्रवृत्ति जिहड़ी है, तृष्णा, मैं गल कर रहा सी सारियां नूं देना है। कलगियां वाले पातशाह कहंदे किन्नियां नूं देना है? हजूर ने बचन कीते कहंदे जान को देत अजान को देत। मूर्खां नूं भी देना है जिन्हां नूं कोई पता नहीं कित्थों आ रहा। कहंदे जान को देत अजान को देत, जमीन को देत जमान को दे है। बस उहदे विच देण दी बिरती, वंडण दी बिरती है, दे ही तुरिया जाता है। और ये नहीं कल्ले एक नूं देंदा है। सतगुरु बचन कर दे कहंदे कोट ब्रह्मंड को ठाकुर स्वामी। कोट कहंदे ने करोड़ां नूं। ये नहीं कि केवल अपना ही शहर इत्थे ही आपां वसने ते सानू दे दिता जी, रज गए, इस खूह दे डड्डू बन के बड़े हंकारी हो गए। कहंदे ने थोड़ी जी अख चुक के वेख, करोड़ां ने धरतियां नहीं कहियां, करोड़ां ब्रह्मंड कहे, ते एक ब्रह्मंड दे विच लखां धरतियां। किन्ना लम्मा पसारा होवेगा, किन्ने अरबां खरबां जीव होणगे। उन्हां सारियां ब्रह्मंडां दे विच रहण वालियां नूं वखरे वखरे तरीके दे नाल कई कुछ देई जांदा है। तां गुरु अर्जन देव जी कहंदे कोट ब्रह्मंड को ठाकुर स्वामी, सर्ब जियां का दातारे, प्रतिपालै नित सार सुमालै, एक गुण नहीं मूर्ख जाता रे। पर इनू खबर ही कोई नहीं है। किरत कण किनू कहंदे ने? जिन्हों जिहड़ा दिते होए नू जाने ना, समझे ना। बंदगी की है, अरदास की है, होर कुछ नहीं। अरदास है भी जो कुछ मिलिया एक वारी ओदा 24 घंटियां विच एक वारी शुकराना ते जरूर कर। यही बंदगी है सिख दी। बस होर कोई बहुती बंदगी विच पाया नहीं सानू। शुकराना ही बंदगी है सिख दी। शुकराना करी जाना, किन्ना कुछ देंदा है।
किन्ना कुछ दे जाता है तो मुकदा नहीं। खाण वाले आए तुहाडे सामने, हुण आपां भी आए खा रहे हैं। बंदा हर रोज़ रज के खांदा है, पर कभी कोई चीज़ खत्म हुई इस धरती तो? कुछ मुक्या है, क्योंकि उन्हें भर इन्ना कुछ दिता। सतगुरु सच्चे पातशाह कहंदे आसन लोए लोए भंडार। एक खासियत उहदे विच होर बड़ी, इस खजाने विच उन्हें इक्को दिन सारा कुछ भर दिता ते अज तक खत्म नहीं होया। कदों दा चल रहा है, कदों दे लै रहे हैं, कदों दा सब कुछ हो रहा है। साहब कहंदे जो किछ पाया सो एका बार, कर कर वेखै सिरजनहार। नानक सच्चे की साची कार। कहंदे तू ओनू नहीं वेखना, ना वेख, उहदे कम वल वेख लै। तू एक बंदे नू एक दिन रोटी खवा दिती ते जिन्ना चिर 10 नू दसदा नहीं उन्ना चिर तैनू नींद नहीं आउंदी। फिर वो रोटी भी तू आप नहीं बनाई, वो भी कितों जमीन विचों उगी है। वो जेड़ा रब इन्नियां नू देंदा है ते परत के चेता ही नहीं रखदा भी वो मैनू वापसी विच सवेरे उठ के कुछ कहिंदे भी हैं कि नहीं। यही सुभाव साधु दा है, ख्याल रखो। संसारी दा सुभाव तो बहुत होर तरह, वो तो देगा घट ते इश्तिहार लवाउण ते ज़्यादा रुपये ला देगा अखबार विच। ओदी ज़्यादा लोकां नू दिखाएगा, देगा घट। ते जेड़ा साधु है ओदे की अर्थ ने चुप करके दे जांदा है। जेड़ा गुरमुख है, जिन्हों संत कहा गुरबाणी ने, ब्रह्म ज्ञानी कहा, वो किवें दा है? वो लंघदा गया ते ओदे विच ओही दया है जिहड़ी रब विच दया है। लंघदिया लंघदिया उन्हें वेख लिया इस बंदे दे जीवन विच कोई मुसीबत आ रही है, वेख लैंदा है। उन्हें पता भी नहीं लगन देना, दसना भी नहीं। ओदी जिंदगी दे उस दुख दे कंडे नू कढ के सुट जाएगा, पर पता भी नहीं लगन देगा। उन्होंने कहते हैं गुरु नानक दा संत है, गुरु नानक दा सिख है। विखाएगा नहीं, अपना ना नहीं आउण देगा, ना नहीं लगन देगा। जे कोई गल वापर भी गई, जे कोई पड़दा चुकिया भी गया भी इन्हें कुछ किया है, ते ओदा मन जुड़िया होवेगा गुरु ग्रंथ साहिब दे नाल, तो एक तुक ओदे अंदरों प्यार भरी गूंज जाएगी। तो अंदरों एक भाव विच जीवेगा, जिहदे विच कबीर साहब ने कहा, कबीर ना हम किया ना करेंगे, ना कर सकै शरीर। कबीर साहब के जीवन में इस तरह का बहुत कुछ होया। सारियां दे भगतां दे जीवन में हुंदा है। भगत दे की अर्थ हुंदे ने, गुरु दे की अर्थ ने, जिहदी जिंदगी दे अंदर कुछ इस तरह का वापर जाए जो हद तो पारदा है। हद विच ते अपने वापर ही रहा है ना। फिर साडे विच ते भगतां विच फर्क की होया? असीं कहने वो भी साडे वर्गे बंदे हुंदे ने। फर्क की होया? जिवें असीं सवेरे उठे रज के रोटी खा लई, सारा दिन निंदिया कर लई, कुछ माया कमा लई, फिर सौ गए, फिर उठ पे। जे यही रोना धोना उन्हां दी जिंदगी विच रहना तो इस तो वखरा कुछ नहीं वापरना। फिर गुरु के सवारे उन्हां विच ते साडे विच फर्क की होया? नहीं। भगत किनू कहंदे ने? भगत उस नूं कहंदे ने जिहदी जिंदगी विच संसारी तो अलहदा कुछ वापरदा है, किसी चीज़ नूं माणदा है वो वखरा, केवल ये प्रशादियां तक सीमित नहीं रहिंदा, जां चंगे कपड़े जां वधिया वडियाई दे चार शब्द लोग कह देंदे ने, इत्थों तक सीमित नहीं। भगत कहंदे ही उस नूं जिहदी अपनी जिंदगी विच इस तरह का वापरे, वो आप वेखे ते आप भी हैरान हो जाए, उहदी अपनी भी हैरानी वधे। ये गल पक्की है। जदों कोई उहदे नाल जुड़दा है, उहनूं आप भी खबर नहीं मिलती कि कोई मेरा पिछा कर रहा है, कोई मेरे अगे पिछे तुर रहा। तुसीं सुनिया होवेगा भगत सैन जी, जिन्हां दी बाणी गुरु ग्रंथ साहिब विच आई है,
ਕੰਮ ਕਰਦੇ ਸਨ ਮਾਲਿਸ਼ ਦਾ ਰਾਜੇ ਦੇ ਦਰਬਾਰ ਵਿੱਚ। ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਦਿਨ ਉਹਦੇ ਘਰ ਪ੍ਰਾਹੁਣੇ ਆ ਗਏ, ਪ੍ਰਾਹੁਣੇ ਰਿਸ਼ਤੇਦਾਰ ਕਹਿ ਲਈਏ, ਆ ਪ੍ਰਾਹੁਣੇ ਨਹੀਂ ਮੇਜ਼ ਵਾਲੇ, ਆ ਜਿਹੜੇ ਸ਼ਰਾਬ ਪੀਂਦੇ ਮੇਜ਼ ਤੇ ਫਿਰ ਰਾਤ ਨੂੰ ਗਾਲੀ, ਇਸ ਤਰ੍ਹਾਂ ਦੇ ਪ੍ਰਾਹੁਣੇ ਨੇ। ਹੈਣ ਉਹ ਵੀ ਪਿਆਉਣ ਵਾਲੇ ਸਨ, ਉਹ ਵੀ ਕੁਝ ਪਿਆਉਂਦੇ ਸਨ, ਪਰ ਉਹ ਇਸ ਤਰ੍ਹਾਂ ਦਾ ਨਹੀਂ ਸਨ ਪਿਆਉਂਦੇ ਜਿਹਦੇ ਨਾਲ ਬੰਦੇ ਦੀ ਪੱਗ ਲੈ ਜਾਏ, ਬੰਦੇ ਦੀ ਮੱਤ ਮਾਰੀ ਜਾਏ, ਬੰਦੇ ਦੀ ਇੱਜ਼ਤ ਲੈ ਜਾਏ, ਇਸ ਤਰ੍ਹਾਂ ਦਾ ਨਹੀਂ ਸਨ ਪਿਆਉਂਦੇ। ਇਹ ਪ੍ਰਾਹੁਣੇ ਨਹੀਂ ਸਨ। ਇਹ ਤਾਂ ਪ੍ਰਾਹੁਣੇ ਕਹਿੰਦੇ ਵੀ ਜੇ ਕਿਸੇ ਨੇ ਦਾਰੂ ਨਹੀਂ ਪਿਆਈ ਤੇ ਕਹਿੰਦੇ ਉਹਦੇ ਘਰ ਤੇ ਹੈ ਹੀ ਕੁਝ ਨਹੀਂ, ਜੇ ਪਿਆ ਦਿੱਤੀ ਤੇ ਭਾਵੇਂ ਗੰਦੀ ਨਾਲੀ ਵਿੱਚ ਬਹਿ ਕੇ ਪਿਆ ਦਿਓ, ਫਿਰ ਕਹਿੰਦੇ ਬਹੁਤ ਵੱਡਾ ਹੈ, ਫਿਰ ਬੜੀ ਮਹਾਨਤਾ ਹੈ। ਨਹੀਂ ਤੇ ਕਹਿੰਦੇ ਇਹ ਤੇ ਬੰਦਾ ਹੈ ਹੀ ਨਹੀਂ ਦੁਨੀਆ ਵਿੱਚ, ਕੀ ਆਇਆ ਤੇ ਕੀ ਨਾ ਆਇਆ। ਜਿਹੜੇ ਸੈਣ ਜੀ ਦੇ ਘਰ ਪ੍ਰਾਹੁਣੇ ਆਏ, ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਕਿਹਾ ਆਏ ਸੰਤ ਪ੍ਰਾਹੁਣੇ, ਹੋਇਆ ਕੀਰਤਨ ਰਹਿਣ ਸੁਭਾਈ, ਉਹ ਪ੍ਰਾਹੁਣੇ ਵੀ ਪਿਆਉਂਦੇ ਸਨ, ਪਰ ਉਹ ਐਸੀ ਚੀਜ਼ ਪਿਆਉਂਦੇ ਸਨ ਜਿਹਦੇ ਨਾਲ ਬੰਦਾ ਬੇਹੋਸ਼ ਨਹੀਂ ਸੀ ਹੁੰਦਾ, ਉਹਨੂੰ ਸਗੋਂ ਹੋਸ਼ ਆ ਜਾਂਦੀ ਸੀ, ਉਹਦੀ ਹੋਸ਼ ਅੰਦਰੋਂ ਜਾਗ ਪੈਂਦੀ ਸੀ। ਸੈਣ ਜੀ ਬੈਠੇ ਰਹੇ, ਵਾਰਤਾ ਚੱਲ ਗਈ ਰੱਬ ਦੀ, ਪ੍ਰਸ਼ਾਦਾ ਛਕ ਕੇ ਗੱਲਾਂ ਸ਼ੁਰੂ ਹੋ ਗਈਆਂ, ਕਿਵੇਂ ਦਾ ਹੈ, ਆਪੋ ਆਪਣੇ ਤਜਰਬੇ ਸਾਰਿਆਂ ਨੇ ਦੱਸੇ। ਇਹਨੂੰ ਕਹਿੰਦੇ ਨੇ ਭਗਤਾਂ ਦੀ ਆਪਸੀ ਗੋਸ਼ਟ ਹੋਣੀ, ਉਹਨਾਂ ਦੀ ਮਹਿਫਲ ਲੱਗਣੀ। ਸੱਚ ਤੇ ਹੈ ਧਰਮ ਵੱਧਦਾ ਹੀ ਮਹਿਫਲ ਵਿੱਚ ਹੈ, ਕੱਲੇ ਕੱਲੇ ਬੈਠਿਆਂ ਨਹੀਂ ਵੱਧਦਾ। ਇਹ ਵੀ ਕੋਈ ਮਜਲਿਸ ਹੈ ਜਿੱਥੇ ਧਰਮ ਵੱਧਦਾ, ਕੱਲੇ ਨਹੀਂ ਜੇ ਵੱਧਣਾ, ਬਿਲਕੁਲ ਨਾ ਪੜ੍ਹਿਆ ਵੱਧਦਾ, ਨਾ ਕੱਲੇ ਕੱਲੇ ਸੁਣ ਕੇ ਗਿਆਨ ਇਕੱਠਿਆਂ ਕੀਤਿਆਂ ਵੱਧਦਾ, ਕੁਝ ਕੀਤਿਆਂ ਨਹੀਂ ਵੱਧਦਾ। ਇਹ ਵੱਧਦਾ ਹੈ ਛੂਤ ਛਾਤ ਦਾ ਰੋਗ ਹੈ, ਇੱਕ ਸਰੀਰ ਤੋਂ ਦੂਜੇ ਸਰੀਰ ਨੂੰ ਲੱਗਦਾ ਹੈ। ਇਹ ਹੈ ਸਾਧ ਸੰਗਤ ਦਾ ਮਜਲਸੀ ਵਿਸ਼ਾ, ਇਹ ਉਹਨਾਂ ਦੀ ਮਹਿਫਲ ਹੈ ਜਿੱਥੇ ਕੁਝ ਲੋਕ ਪੀਂਦੇ ਹੁੰਦੇ ਨੇ ਤੇ ਉਹਨਾਂ ਦਾ ਬਚਿਆ ਦੂਸਰੇ ਪੀ ਕੇ ਉਹ ਵੀ ਉਸੇ ਨਸ਼ੇ ਵਿੱਚ ਗੁੱਟ ਹੋ ਜਾਂਦੇ ਨੇ। ਇਹਨੂੰ ਕਹਿੰਦੇ ਸਾਧ ਸੰਗਤ, ਇਹ ਤਰੀਕਾ ਹੈ। ਤਾਂ ਉੱਥੇ ਮਜਲਿਸ ਲੱਗ ਗਈ ਸੈਣ ਦੇ ਘਰ, ਗੱਲ ਚੱਲ ਪਈ ਉੱਥੇ। ਤਾਂ ਉੱਥੇ ਗੱਲਾਂ ਚੱਲਦਿਆਂ ਚੱਲਦਿਆਂ ਉਹਨਾਂ ਸ਼ਬਦਾਂ ਵਿੱਚ ਸੈਣ ਇੰਨਾ ਲੀਨ ਹੋ ਗਿਆ ਕਿ ਉਹਨੇ ਮਾਲਿਸ਼ ਕਰਨ ਜਾਣਾ ਸੀ ਤੇ ਚੇਤਾ ਭੁੱਲ ਗਿਆ। ਲੀਨ ਇੰਨਾ ਹੋਇਆ। ਇਹ ਹੈ ਸਤ ਸੰਗਤ ਦੀ ਨਿਸ਼ਾਨੀ, ਜਿੱਥੇ ਸਮਾਂ ਭੁੱਲ ਜਾਏ। ਕੀ ਭੁੱਲਿਆ ਸੈਣ ਨੂੰ ਵੀ ਕਿੰਨੇ ਵੱਜ ਗਏ, ਸਮਾਂ ਭੁੱਲ ਗਿਆ, ਵਕਤ ਭੁੱਲ ਗਿਆ। ਤੇ ਸਾਧ ਸੰਗਤ ਉਸ ਰਾਤ ਕੀਰਤਨ ਵਿੱਚ, ਉਸ ਪਿਆਰ ਦੇ ਵਿੱਚ, ਰਸ ਵਿੱਚ ਇੰਨੇ ਲੀਨ ਹੋਏ। ਜਦੋਂ ਸਮਾਂ ਲੰਘ ਗਿਆ, ਸਵੇਰ ਹੋ ਗਈ, ਸੈਣ ਜੀ ਨੂੰ ਇੱਕਦਮ ਪਛਤਾਵਾ ਹੋ ਗਿਆ ਵੀ ਇਹ ਕੀ ਬਣਿਆ। ਮੈਂ ਗੱਲ ਕਹਿ ਰਿਹਾ ਸੀ ਵੀ ਜਿੱਦਣ ਭਗਤਾਂ ਦੇ ਜੀਵਨ ਵਿੱਚ ਕੁਝ ਵੱਖਰਾ ਵਾਪਰਦਾ, ਉਦਣ ਹੀ ਉਹ ਭਗਤ ਹੈ। ਨਹੀਂ ਤੇ ਆਮ ਆਪਾਂ ਜਿਵੇਂ ਆਪਾਂ ਜਿਉਂਦੇ ਹਾਂ, ਜੋ ਵੀ ਜਿਉਂਦੇ ਰਹੇ, ਫਿਰ ਗੱਲ ਕੀ ਬਣੀ। ਸਵੇਰੇ ਸੋਚਿਆ ਵੀ ਰਾਜੇ ਦੇ ਦਰਬਾਰ ਵਿੱਚ ਨਹੀਂ ਗਏ, ਸਜ਼ਾ ਦੇਗਾ, ਬੜਾ ਸਖਤ ਹੈ, ਕ੍ਰੋਧੀ ਹੈ, ਕੀ ਪਤਾ ਕਿਹੜੀ ਸਜ਼ਾ ਦੇ ਦੇ, ਕਿਵੇਂ ਹੋ ਸਕਦਾ ਹੈ। ਤੇ ਸਾਧ ਸੰਗਤ ਦੂਜੇ ਦਿਨ ਨਾ ਸੋਚਿਆ ਚਲੋ ਠੀਕ ਹੈ, ਭੱਜਿਆ ਕਿਹੜਾ ਇਹਨੇ ਜਾਣ ਦੇਣਾ ਹੈ। ਜੇ ਸੋਚਿਆ ਇਸ ਸ਼ਹਿਰ ਨੂੰ ਛੱਡ ਕੇ ਭੱਜ ਜਾਈਏ ਬਚ ਜਾਵਾਂਗੇ ਤਾਂ ਵੀ ਗੱਲ ਨਹੀਂ, ਜਾਣਾ ਚਾਹੀਦਾ ਹੈ। ਸੈਣ ਜੀ ਵਿਚਾਰੇ ਹਿੰਮਤ ਕਰਕੇ ਚਲੇ ਗਏ ਰਾਜੇ ਦੇ ਦਰਬਾਰ ਵਿੱਚ। ਅੱਗੇ ਦਰਬਾਰ ਸਜਿਆ ਸੀ, ਸੋਚਿਆ ਜਿਹੜੀ ਸਜ਼ਾ ਮਿਲਣੀ ਹੈ ਮਿਲ ਹੀ ਜਾਏ। ਪਰ ਉੱਥੇ ਕੀ ਵਾਪਰਿਆ, ਦਰਬਾਰ ਵਿੱਚ ਗਏ ਤੇ ਬਾਦਸ਼ਾਹ ਉੱਠ ਕੇ ਖਲੋ ਗਿਆ ਆਪਣੇ ਸਿੰਘਾਸਨ ਤੋਂ। ਪਿਆਰ ਵਿੱਚ, ਸੈਣ ਦੇ ਵਿੱਚ ਉਹਦੀ ਇੰਨੀ ਖਿੱਚ ਵੱਧ ਗਈ, ਇੰਨਾ ਪਿਆਰ ਵੱਧ ਗਿਆ। ਸੈਣ ਦੇ ਆਉਂਦਿਆਂ ਆਉਂਦਿਆਂ, ਨੇੜੇ ਆਉਂਦਿਆਂ ਰਾਜਾ ਤਖਤ ਤੋਂ ਉੱਠ ਕੇ ਗਿਆ ਥੱਲੇ, ਆਪਣੇ ਸਰੀਰ ਦੇ ਉੱਤੋਂ ਲਾਇਆ ਉਸਨੇ, ਬੜਾ ਕੀਮਤੀ ਸੀ ਇੱਕ ਜਾਮਾ ਉਹਦੇ ਸਰੀਰ ਤੇ ਪਾਇਆ ਹੋਇਆ, ਆਪਣਾ ਚੋਗਾ ਲਾ ਕੇ ਤੇ ਸੈਣ ਦੇ ਗਲ ਪਾ ਦਿੱਤਾ, ਗਲਵੱਕੜੀ ਵਿੱਚ ਲੈ ਲਿਆ। ਸੈਣ ਹੈਰਾਨ ਸਨ ਵੀ ਇਹ ਕੀ ਹੋ ਰਿਹਾ ਹੈ, ਮਿਲਣੀ ਤੇ ਇੱਥੇ ਸਜ਼ਾ ਸੀ, ਹੋ ਰਿਹਾ ਸਵਾਗਤ।
ਇਹ ਗੱਲ ਸਾਧ ਸੰਗਤ ਬਿਲਕੁਲ ਸੱਚ ਹੈ ਕਿ ਜਿੱਦਣ ਉਹਦੀ ਨਜ਼ਰ ਹੋ ਜਾਏ ਬੰਦੇ ਦੀ ਬੇਇੱਜ਼ਤੀ ਤੇ ਥਾਂ ਤੇ ਇੱਜ਼ਤ ਹੋਣ ਲੱਗ ਪੈਂਦੀ ਹੈ। ਜਿਹਦੀ ਇਸ ਸੰਸਾਰ ਦੇ ਅੰਦਰ ਬੇਇੱਜ਼ਤੀ ਹੋਣੀ ਹੋਵੇ ਨਾ, ਜਿਹਨੂੰ ਸੰਸਾਰ ਵਿੱਚ ਦੁਰਕਾਰਿਆ ਜਾਣਾ ਹੋਵੇ, ਉਹਦੇ ਅੱਗੇ ਸਵਾਗਤ ਹੋਣਾ ਸ਼ੁਰੂ ਹੋ ਜਾਂਦਾ ਹੈ। ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਨੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਪਏ। ਸਵਾਗਤ ਵੇਖਿਆ ਸੈਣ ਜੀ ਨੇ, ਹੈਰਾਨ ਹੋ ਗਏ। ਅਜੇ ਵੀ ਸ਼ੱਕ ਸੀ ਵੀ ਇਹ ਪਤਾ ਨਹੀਂ ਕੀ ਗੱਲ ਹੈ, ਸਜ਼ਾ ਤਾਂ ਜ਼ਰੂਰ ਮਿਲੇਗੀ। ਸੈਣ ਨੇ ਚੋਲਾ ਪਾ ਲਿਆ, ਦਰਬਾਰੀ ਵੀ ਵੇਖ ਰਹੇ ਸਨ ਤੇ ਰਾਜੇ ਦੇ ਸ਼ਬਦ ਸਨ, ਸੈਣ ਕੱਲ ਵਾਲੀ ਤੇਰੀ ਮਾਲਿਸ਼ ਨਹੀਂ ਮੈਨੂੰ ਭੁੱਲਦੀ ਪਈ, ਜਿਹੜੀ ਕੱਲ ਤੂੰ ਮਾਲਿਸ਼ ਕਰਕੇ ਗਿਆ ਕਦੀ ਨਹੀਂ ਕੀਤੀ। ਥੋੜਾ ਜਿਹਾ ਸੈਣ ਜੀ ਨੂੰ ਅਹਿਸਾਸ ਹੋਇਆ ਵੀ ਇਹ ਕੀ ਕਹਿ ਰਿਹਾ। ਕਹਿਣ ਲੱਗਾ, ਰਾਜਨ ਕਿਵੇਂ ਦੀ? ਕਹਿੰਦੇ ਬਸ ਜਿਉਂ-ਜਿਉਂ ਤੇਰੇ ਹੱਥ ਮੇਰੇ ਸਰੀਰ ਤੇ ਫਿਰਦੇ ਸਨ, ਮੇਰੀ ਇਕੱਲੇ ਸਰੀਰ ਦੀ ਥਕਾਵਟ ਨਹੀਂ, ਕਹਿੰਦੇ ਮੇਰੇ ਮਨ ਦੀ ਵੀ ਥਕਾਵਟ ਲੈ ਗਈ। ਅਜੇ ਤੱਕ ਤੇਰੇ ਹੱਥਾਂ ਦਾ ਮੇਰੇ ਸਰੀਰ ਤੇ ਅਸਰ ਹੈ ਸੈਣ, ਮੇਰਾ ਸਰੀਰ ਹਵਾ ਵਰਗਾ ਹੌਲਾ ਹੋ ਗਿਆ ਹੈ, ਮੇਰਾ ਭਾਰ ਹੀ ਨਹੀਂ ਰਿਹਾ, ਮੈਂ ਕਿਸੇ ਰਸ ਵਿੱਚ ਹਾਂ, ਕਿਸੇ ਆਨੰਦ ਵਿੱਚ। ਸੈਣ ਕੁਝ ਨਾ ਕੁਝ ਗਿਆਨ ਰੱਖਦੇ ਸਨ, ਅੰਦਰੋਂ ਪਤਾ ਲੱਗ ਗਿਆ ਵੀ ਕੁਝ ਵਾਪਰ ਗਿਆ। ਉਹ ਕੌਣ ਸੀ ਜਿਹੜਾ ਸੈਣ ਵਰਗਾ ਬਣ ਕੇ ਆਇਆ ਹੈ? ਉੱਥੇ ਰੱਬ ਨੇ ਇਹ ਕੰਮ ਕੀਤਾ। ਕਦੋਂ ਉਹਦਾ ਕੰਮ ਕਰਦਾ? ਅਸੀਂ ਸਾਰੇ ਕਹਿੰਦੇ ਹਾਂ ਰੱਬ ਸਾਡਾ ਵੀ ਕੰਮ ਕਰੇ, ਅਸੀਂ ਗੁਰੂ ਕੋਲ ਆਏ ਹਾਂ, ਸਾਡਾ ਗੁਰੂ ਕੰਮ ਕਰਕੇ ਆਵੇਗਾ, ਪਰ ਇਹਨਾਂ ਸਮਰਪਿਤ ਕੌਣ ਹੋਵੇਗਾ? ਇਹਨਾਂ ਜ਼ਿੰਦਗੀ ਨੂੰ ਛੱਡੇਗਾ ਕੌਣ? ਉਹਦੇ ਹੱਥਾਂ ਵਿੱਚ ਸੌਂਪੇਗਾ ਕੌਣ? ਉਹ ਕੰਮ ਉਦਣ ਕਰਦਾ ਜਿੱਦਣ ਬੰਦਾ ਆਪਣਾ ਕੰਮ ਕਰਨਾ ਆਪ ਛੱਡ ਦਿੰਦਾ। ਖਿਆਲ ਰੱਖਣਾ, ਇਹਦੇ ਅਰਥ ਸਮਝਣਾ, ਕਿਤੇ ਦੇ ਅਰਥ ਹੋਰ ਨਾ ਕੱਢਣਾ ਵੀ ਸਵੇਰੇ ਕੰਮ ਨਹੀਂ ਕਰਨਾ। ਨਹੀਂ, ਕੰਮ ਕਰਦਾ ਹੱਥਾਂ ਨਾਲ, ਪਰ ਉਹਨੂੰ ਆਪਣੇ ਕੰਮ ਦਾ ਫਿਕਰ ਨਹੀਂ ਰਹਿੰਦਾ ਵੀ ਇਹ ਕਿਵੇਂ ਚੱਲੇਗਾ, ਕਿਵੇਂ ਹੋਵੇਗਾ, ਹੋਵੇਗਾ ਜਾਂ ਨਾ ਹੋਵੇਗਾ। ਨਹੀਂ, ਇਸ ਲਈ ਤਜਰਬੇ ਵਾਲਿਆਂ ਦਾ ਇੱਕ ਕੌਲ ਹੈ, ਬਚਨ ਹੈ, ਉਹ ਕਹਿੰਦੇ ਨੇ ਰੱਬ ਇਸ ਉਡੀਕ ਵਿੱਚ ਰਹਿੰਦਾ ਹੈ ਕਿ ਕੋਈ ਪੂਰੀ ਤਰ੍ਹਾਂ ਮਰੇ ਤਾਂ ਕਿ ਮੈਂ ਉਹਨੂੰ ਜਿੰਦਾ ਕਰ ਸਕਾਂ। ਜੇ ਉਹ 1 ਇੰਚ ਵੀ ਬਚ ਗਿਆ ਤੇ ਰੱਬ ਉਹਨੂੰ ਜਿੰਦਾ ਨਹੀਂ ਕਰਦਾ। ਜਿੰਨਾ ਚਿਰ ਕੋਈ ਪੂਰੀ ਤਰ੍ਹਾਂ ਨਹੀਂ ਮਰਦਾ ਉਹਨੂੰ, ਉਹਨਾਂ ਚਿਰ ਰੱਬ ਜਿੰਦਾ ਨਹੀਂ ਕਰਦਾ, ਉਹਨਾਂ ਚਿਰ ਉਹਦਾ ਕਾਰਜ ਨਹੀਂ ਕਰਦਾ। ਸੈਣ ਦੇ ਹੱਥ ਕ੍ਰਾਂਤੀਕਾਰੀ ਬਣੇ ਕਿਉਂਕਿ ਰੱਬ ਨੇ ਸੈਣ ਦਾ ਕੰਮ ਨਿਭਾਇਆ, ਕੰਮ ਕੀਤਾ। ਕੁਝ ਇਸ ਤਰ੍ਹਾਂ ਦਾ ਵਾਪਰ ਗਿਆ ਤੇ ਅੱਜ ਲੋਕ ਕਹਿੰਦੇ ਨੇ ਜਿਹੜੀਆਂ ਗੱਲਾਂ ਤੁਸੀਂ ਸੁਣਾਉਂਦੇ ਹੋ ਵਿਸ਼ਵਾਸ ਦੀਆਂ, ਸ਼ਰਧਾ ਦੀਆਂ, ਦੱਸੋ ਇਹਦਾ ਸਬੂਤ ਦਿਓ, ਕਿਤੇ ਹੁੰਦਾ ਤੇ ਸਾਨੂੰ ਵਿਖਾਓ, ਕੈਮਰੇ ਨਾਲ ਭਰਾਂਗੇ। ਇਸ ਤਰ੍ਹਾਂ ਜਿੱਥੇ ਸੈਣ ਦੀ ਜ਼ਿੰਦਗੀ ਵਿੱਚ ਵਾਪਰਿਆ ਨਾ ਕਿ ਰੱਬ ਰੂਪ ਧਾਰਨ ਕਰਕੇ ਆ ਕੇ ਸੈਣ ਦੇ ਥਾਂ ਤੇ ਕੰਮ ਕਰ ਗਿਆ, ਮਾਲਿਸ਼ ਕਰ ਗਿਆ, ਵਿਖਾਓ ਸਾਨੂੰ। ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂ, ਤੇ ਸੈਣ ਨੂੰ ਵੀ ਨਹੀਂ ਦਿਸਿਆ ਤੇ ਤੀਜੇ ਬੰਦੇ ਨੂੰ ਕਿਵੇਂ ਦਿਸੇਗਾ? ਵਾਪਰਿਆ ਤੇ ਭਗਤ ਸੈਣ ਨਾਲੇ ਨਾ, ਉਹਨੂੰ ਵੀ ਨਹੀਂ ਪਤਾ ਲੱਗਾ। ਕਿਉਂਕਿ ਮੈਂ ਸਵੇਰੇ ਹੀ ਇੱਥੇ ਇੱਕ ਕਲਗੀਆਂ ਵਾਲੇ ਦੇ ਬਚਨ ਦੀ ਕਥਾ ਕਰ ਰਿਹਾ ਸਾਂ। 108 ਨੰਬਰ ਸ਼ੰਤ ਹੈ ਜਾਪ ਸਾਹਿਬ ਦਾ, ਜਿਹਦੇ ਵਿੱਚ ਸਾਹਿਬ ਕਹਿੰਦੇ ਕਿ ਗੈਬੁਲ ਗੈਬ ਹੈ, ਤੇਰਾ ਇੱਕ ਸੁਭਾਅ ਹੈ ਵੀ ਤੂੰ ਗੈਬ ਵਿੱਚ ਰਹਿਣਾ, ਗੁਪਤ ਵਿੱਚ ਰਹਿਣਾ। ਗੈਬੁਲ ਗੈਬ, ਗੁਪਤ ਰਹਿਣਾ ਤੇਰਾ ਸੁਭਾਅ ਹੈ, ਤੂੰ ਪ੍ਰਗਟ ਨਹੀਂ ਹੁੰਦਾ, ਦੱਸਦਾ ਨਹੀਂ ਫਿਰਦਾ ਵੀ ਮੈਂ ਆਉਣਾ ਫਲਾਣੇ ਦਿਨ, ਪ੍ਰਬੰਧ ਕਰੋ ਮੈਂ ਆ ਰਿਹਾ, ਸੜਕਾਂ ਬੰਦ ਕਰ ਦਿਓ, ਸਟੇਜ ਲਾਓ ਬਹੁਤ ਵੱਡੀ, ਲੋਕ ਇਕੱਠੇ ਕਰਕੇ ਲਿਆਓ ਕਿਰਾਏ ਤੇ, ਭਾਵੇਂ ਦਿਹਾੜੀ ਦੇਣੀ ਪਵੇ, ਬਹੁਤ ਵੱਡੀ ਰੈਲੀ ਕਰਨੀ। ਇਸ ਤਰ੍ਹਾਂ ਨਹੀਂ ਕਹਿੰਦਾ ਉਹ ਦੱਬੇ ਪੈਰ ਆਉਂਦਾ ਤੇ ਪਤਾ ਉਦੋਂ ਹੀ ਲੱਗਦਾ ਜਦੋਂ ਕੰਮ ਕਰਕੇ ਤੁਰ ਜਾਂਦਾ। ਜਿਹਦਾ ਕਰਦਾ ਉਹਨੂੰ ਵੀ 2 ਦਿਨ ਬਾਅਦ ਪਤਾ ਲੱਗਦਾ ਹੈ। ਇੰਨਾ ਮਹਾਨ, ਇੰਨਾ ਗੁਪਤ ਹੈ ਕਿ ਗੈਬੁਲ ਗੈਬ ਹੈ।
ਗਾਇਬ ਰਹਿੰਦਾ ਹੈ, ਚੁੱਪ ਰਹਿੰਦਾ ਹੈ, ਬੇਪਰਵਾਹ ਰਹਿੰਦਾ ਹੈ, ਕਿਸੇ ਤਮਾਹ ਵਿੱਚ ਨਹੀਂ, ਤਾਂ ਉਹ ਭਗਤ ਨਹੀਂ। ਭਗਤ ਕੋਈ ਕਮਰਸ਼ੀਅਲ ਜੀਵਨ ਨਹੀਂ ਹੈ ਕਿ ਬਣਿਆ ਬਣਾਇਆ, ਕੋਈ ਇਸ ਤਰ੍ਹਾਂ ਦਾ ਫੁੱਲ ਨਹੀਂ ਜਿਹੜਾ ਰਬੜ ਦਾ ਬਣਾਇਆ ਗਿਆ ਹੈ। ਉਹ ਤੇ ਵੱਧਦਾ ਹੈ, ਉਹਦੇ ਪੱਤੇ ਨਿਕਲਦੇ ਨੇ, ਉਹਦੇ ਵਿੱਚ ਜਿੰਦ ਜਾਨ ਹੈ। ਜੇ ਸਾਡੇ ਵਰਗੇ ਹੀ ਆ ਮਿੱਟੀ ਖਾਣ ਵਾਲਾ ਜੀਵਨ ਉਹ ਹੋਵੇ ਤੇ ਫਿਰ ਉਹ ਵੱਖਰਾ ਕੀ ਹੋਇਆ। ਇਹ ਤੇ ਅਸੀਂ ਖਾ ਰਹੇ ਹਾਂ ਸਾਰੇ। ਇਹ ਤੇ ਸਾਰਾ ਜਿਵੇਂ ਕਹਿੰਦੇ ਨੇ ਵੀ ਇਹ ਗੇੜ ਤਾਂ ਸ਼ੁਰੂ ਤੋਂ ਚੱਲਦਾ ਹੀ ਰਿਹਾ ਹੈ। ਚੱਕੀ ਪਹਿਲਾਂ ਸਾਡਾ ਦਾਦਾ ਪੀਂਦਾ ਸੀ, ਜਦੋਂ ਉਹ ਮਰਿਆ ਤੇ ਉਹ ਪਿਓ ਨੂੰ ਦੇ ਗਿਆ ਹੱਥੇ ਵੀ ਤੂੰ ਕਿਹੜੀ ਜਾ ਇਹਨੂੰ, ਤੇ ਉਹਨੇ ਸਾਨੂੰ ਦੇ ਕੇ ਚਲੀ ਜਾਣਾ, ਅਸੀਂ ਵੀ ਕਿਸੇ ਨੂੰ ਫੜਾਉਣੀ। ਇਹ ਚੱਕੀ ਤਾਂ ਬਦਲਦੀ ਰਹਿੰਦੀ, ਜਾਂਦੇ ਰਹਿੰਦੇ, ਚਲਾਉਂਦੇ ਰਹਿੰਦੇ ਲੋਕ। ਪਰ ਇਸ ਚੱਕੀ ਦੇ ਦਾਇਰੇ ਤੋਂ ਬਾਹਰ ਕੁਝ ਹੋਵੇ ਉਹਨੂੰ ਕਹਿੰਦੇ ਭਗਤ। ਤੇ ਮੈਂ ਗੱਲ ਕਰ ਰਿਹਾ ਸੀ, ਅੱਜ ਦੇ ਬਚਨ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਕ ਅਕਾਲ ਪੁਰਖ ਦਾ ਗੁਣ ਕਿਹਾ ਹੈ। ਕਹਿੰਦੇ ਕਿ ਸਰਬੱਤਰ ਦੀਨਾ, ਸਾਰਿਆਂ ਨੂੰ ਤੂੰ ਦੇਣਾ, ਤੇਰੇ ਭੰਡਾਰ ਬੜੇ ਵੱਡੇ ਨੇ। ਜੋ ਕੁਝ ਕੋਈ ਮੰਗਦਾ ਉਹਨੂੰ ਦਿੰਦਾ ਹੀ ਦਿੰਦਾ, ਕਿਸੇ ਨੂੰ ਨਾ ਨਹੀਂ ਕਰਦਾ। ਪਰ ਮੰਗਣ ਵਾਲਿਆਂ ਨੂੰ ਇੱਕ ਨਸੀਹਤ ਦਿੱਤੀ ਗੁਰਬਾਣੀ ਨੇ, ਕਹਿਣ ਲੱਗੇ ਕਿਛ ਖਾਜੈ ਕਿਛ ਧਰ ਜਾਈਐ, ਜੇ ਬਾਹੜ ਦੁਨੀਆ ਆਈਐ। ਖਾਣ ਜੋਗਾ ਤੇ ਮੰਗ ਲੈ, ਕੋਈ ਪਾਪ ਨਹੀਂ। ਜਿੰਨਾ ਤੈਨੂੰ ਚਾਹੀਦਾ ਆਪਣੇ ਜੋਗਾ ਮੰਗ ਲੈ। ਵੈਸੇ ਉਹਨੇ ਦੇਣਾ ਵੀ ਹੈ, ਪਰ ਧਰਨ ਜੋਗਾ ਨਾ ਮੰਗੀ, ਰੱਖਣ ਜੋਗਾ ਨਾ ਮੰਗੀ। ਉਹ ਤੇਰੀ ਜ਼ਿੰਦਗੀ ਦਾ ਦੁੱਖ ਬਣ ਜਾਏਗਾ, ਉਹ ਤੇਰੀ ਜ਼ਿੰਦਗੀ ਦਾ ਪਾਪ ਬਣੇਗਾ। ਉਹ ਤੈਨੂੰ ਇਸ ਸੰਸਾਰ ਦੇ ਨਾਲ ਬੰਨ੍ਹ ਦੇਗਾ। ਫਿਰ ਤੈਨੂੰ ਇਸ ਸੰਸਾਰ ਦੇ ਨਾਲੋਂ ਖੁੱਲ੍ਹਣਾ ਔਖਾ ਹੋ ਜਾਏਗਾ। ਤੂੰ ਇੱਕ ਪਸ਼ੂ ਦੀ ਤਰ੍ਹਾਂ, ਤੇਰੇ ਪੈਰਾਂ ਵਿੱਚ ਸੰਗਲ ਪੈ ਜਾਣਗੇ, ਪਦਾਰਥ ਫਸ ਜਾਏਗਾ। ਗੁਰੂ ਨਾਨਕ ਸਾਹਿਬ ਕਹਿੰਦੇ ਕਿਛ ਖਾਜੈ ਕਿਛ ਧਰ ਜਾਈਐ। ਧਰ ਕੇ ਤਾਂ ਜਾ ਜੇ ਪਰਤ ਕੇ ਆਉਣਾ ਹੋਵੇ। ਜਿਵੇਂ ਬੰਦਾ ਘਰੋਂ ਜਾਂਦਾ ਹੈ ਵੀ ਕੱਲ੍ਹ ਨੂੰ ਵਾਪਸ ਆਉਣਾ, ਚਲੋ ਇਹ ਸਬਜ਼ੀ ਇੱਥੇ ਸਾਂਭ ਕੇ ਜਾਈਏ ਵੀ ਕੱਲ੍ਹ ਫਿਰ ਆ ਕੇ ਖਾ ਲਾਂਗੇ, ਇਹ ਆਟਾ ਬਚਾ ਕੇ ਰੱਖ ਜਾਈਏ। ਸੱਚੇ ਪਾਤਸ਼ਾਹ ਨੇ ਕਿਹਾ ਤੈਨੂੰ ਪਤਾ ਵੀ ਗਿਆ ਤੇ ਫਿਰ ਆਏਗਾ, ਜਾਂ ਕਿੱਥੇ ਆਉਣਾ, ਕੀ ਪਤਾ ਕਿੱਧਰ ਜਾ ਰਿਹਾ ਹੈ। ਮੰਗਣ ਵਾਲਿਆਂ ਨੂੰ ਸੁਚੇਤ ਵੀ ਕੀਤਾ ਹੈ। ਇੱਥੇ ਗੱਲ ਜ਼ਰੂਰ ਹੈ, ਦਾਤਾ ਹੈ ਬੜਾ ਵੱਡਾ, ਉਹਦੇ ਘਰ ਵਿੱਚ ਸਭ ਕੁਝ ਹੈ ਕਿ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਹੈ ਬੜਾ ਕੁਝ। ਪਰ ਨਾਲ ਨਾਲ ਇਹ ਵੀ ਸਮਝਾਇਆ, ਕਿਉਂਕਿ ਗੁਰਬਾਣੀ ਦੇ ਵਿੱਚ ਇੱਕ ਪੱਖ ਨਾਲ ਜੇ ਜੁੜ ਕੇ ਚੱਲਾਂਗੇ ਨਾ, ਜੇ ਸਾਡੀ ਸਰੋਤ ਸ਼ਕਤੀ ਆਲ ਰਾਊਂਡਰ ਨਾ ਹੋਈ, ਸਾਰੇ ਪੱਖਾਂ ਨੂੰ ਨਾ ਅਸੀਂ ਜਾਣਿਆ, ਤੇ ਫਿਰ ਮੰਗਣ ਵਾਲਿਆਂ ਦੀ ਭੀੜ ਵੱਧ ਜਾਏਗੀ ਵੀ ਬਹੁਤਾ ਦਿਓ, ਬਹੁਤਾ ਹੋਵੇ, ਤਾਂ ਫਿਰ ਉਹ ਬੰਦਾ ਮੰਗਣ ਵਿੱਚ ਫਸ ਜਾਏਗਾ। ਉਹਨੂੰ ਇਹ ਨਹੀਂ ਪਤਾ ਲੱਗੇਗਾ ਵੀ ਜਿਹੜੀ ਚੀਜ਼ ਮੰਗੀ ਜਾ ਰਹੀ ਹੈ ਇਹ ਕਿੰਨੀ ਕੁ ਚਾਹੀਦੀ ਹੈ ਤੇ ਇਹਦੀ ਵਰਤੋਂ ਕਿਵੇਂ ਕਰਨੀ ਹੈ। ਤੁਸੀਂ ਕਦੀ ਵੇਖਿਆ ਕਿ ਜਿਸ ਹਕੀਮ ਤੋਂ, ਡਾਕਟਰ ਤੋਂ ਦਵਾਈ ਲਈਏ ਤੇ ਅਸੀਂ ਕਹੀਏ ਵੀ ਸਾਰੀ ਦੁਕਾਨ ਵਿੱਚ ਡਾਕਟਰ ਸਾਹਿਬ ਜਿਹੜੀਆਂ ਤੁਹਾਡੀਆਂ ਇਹ ਡੱਬੀਆਂ, ਇਹ ਪੈਕਟ ਪਏ ਹੋਏ ਨੇ, ਤੁਸੀਂ ਕਰਕੇ ਇਕੱਠੇ ਸਾਰੀ ਸਾਡੀ ਗੱਡੀ ਵਿੱਚ ਲੱਦ ਦਿਓ, ਸਾਨੂੰ ਸਾਰੀ ਦਵਾਈ ਚਾਹੀਦੀ। ਉਹ ਕਹੇਗਾ ਜੀ ਮਰਨਾ ਤੁਸੀਂ ਇੰਨਾ ਕੁਝ ਲੈ ਕੇ, ਤੁਹਾਡੇ ਵਾਸਤੇ ਤੁਹਾਡੀ ਦਵਾਈ, ਉਹ ਦੂਜਿਆਂ ਨੂੰ ਕੰਮ ਦੇਗਾ। ਪਦਾਰਥ ਕੀ ਹੈ? ਸਰੀਰ ਨੂੰ ਚਲਾਉਣ ਵਾਲੀ ਦਵਾਈ ਹੈ। ਇਹ ਚਾਹੀਦੀ ਸਾਨੂੰ, ਕੋਈ ਸ਼ੱਕ ਨਹੀਂ, ਰੱਬ ਕੋਲ ਹੈ। ਪਰ ਬੰਦਾ ਗਲਤੀ ਕਿੱਥੇ ਕਰਦਾ ਹੈ? ਜਿਹੜੀ ਉਹਨੂੰ ਚਾਹੀਦੀ ਉਹ ਤੇ ਮੰਗਦਾ ਹੀ ਮੰਗਦਾ, ਉਹ ਨਾਲ ਦੀ ਵੀ ਮੰਗ ਕੇ ਖਾ ਜਾਂਦਾ ਹੈ, ਤੇ ਫਿਰ ਉਹਦਾ ਨਤੀਜਾ ਤੁਸੀਂ ਜਾਣਦੇ ਹੀ ਹੋ। ਜਿਹੜੀ ਦਵਾਈ ਸਾਡੀ ਹੈ ਹੀ ਨਹੀਂ ਉਹ ਵੀ ਅਸੀਂ ਖਾ ਗਏ, ਉਹਦਾ ਕੀ ਨਤੀਜਾ ਹੈ? ਰਿਐਕਸ਼ਨ। ਉਹਦਾ ਨਤੀਜਾ ਹੈ ਲੰਬਾ ਰੋਗ, ਜ਼ਿੰਦਗੀ ਦਾ ਦੁੱਖ। ਤਾਂ ਬੰਦੇ ਦੀ ਆਦਤ ਹੈ ਉਹ ਆਪਣੀ ਲੋੜ ਤੱਕ ਸੀਮਤ ਨਹੀਂ, ਉਹ ਤੇ ਸਾਰਾ ਕੁਝ ਬੰਨ੍ਹ ਕੇ ਆਪਣੇ ਥੱਲੇ ਰੱਖ ਕੇ ਉੱਤੇ ਸੌਣਾ ਚਾਹੁੰਦਾ, ਆਪਣੇ ਥੱਲੇ ਰੱਖਣਾ ਚਾਹੁੰਦਾ। ਇਸ ਕਰਕੇ ਸਤਿਗੁਰੂ ਨੇ ਦੇਣ ਦੀ ਗੱਲ ਵੀ ਕੀਤੀ। ਇਹ ਤੇ ਉਹਦਾ ਸੁਭਾਅ ਹੈ ਕਿ ਸਾਰਿਆਂ ਨੂੰ ਉਹਨੇ ਦੇਣਾ ਹੈ, ਪਰ ਇਹ ਵੀ ਉਹਦਾ ਸੁਭਾਅ ਹੈ, ਉਹਨੇ ਦੱਸਣਾ ਵੀ ਹੈ ਵੀ ਤੂੰ ਕਿੰਨਾ ਕੁ ਵਰਤਣਾ, ਕਿੰਨਾ ਕੁ ਛੱਡ ਦੇਣਾ। ਇਸ ਕਰਕੇ ਕਹਿੰਦੇ ਭਾਵੇਂ ਸੋਨੇ ਦੀ ਥਾਲੀ ਵਿੱਚ ਪ੍ਰਸ਼ਾਦਾ ਛਕਣ ਨੂੰ ਮਿਲ ਜਾਏ,
पर सजना ख्याल रखी फर्क कोई नहीं पैना, इस थाली नाल बज ना जाई, बस तेरा संबंध प्रशादा छकन नाल। फिर भावें मकान भी सोने का हो जाए, फिर भावें भांडे भी सोने के हो जाए, कोई फर्क नहीं पैंदा, क्योंकि बजा ही नहीं बंदा। कर्म करत होवै नेह कर्म, तिस बैसनों का निर्मल धर्म, तैसा सुवर्ण तैसी उस माटी। पर यह दृष्टि आवे किवें, सोना भी उस तरह का ही लगन लग पवे। यानी कि तैसी उस माटी, जिवें असीं तुर के आए ना, राह विच मिट्टी किन्नी सी, वो मिट्टी सी। तां कहिंदे जिद्दण ये बिरती आ जाए भी इस तरह सोने की सड़क बनी होवे, तां फिर भी उत्थों बंदा उस तरह गुजर जाए। पर नहीं, सोने दे ते मंदिर भी बने तो लोगों ने मूर्तियां तोड़ दित्तियां। सड़क ते बड़ी दूर की गल है, मूर्तियां दे हथ पैर रब दे हथ पैर ही लै गए, ला के सिर ला के लै गए, क्योंकि सोने दा सी। किथे है मनुख दा जीवन? ये गल बड़ी दूर है कि तैसा स्वर्ण, फिर सोना कुछ नहीं कहता। फिर भावें तुसीं सोने दे मंजे दे उत्ते सौ भी जाओ, की फर्क है? जिवें दा लकड़ दा सी उवें दा सोना है, कोई फर्क नहीं। ऐसे पुरुष नूं कोई फर्क नहीं जिन्हों गुरु साहब ने कहा बाणी विच अभ्यागत। अभ्यागत दा मतलब है कि उहदी वरतों विच जिहड़ी चीज़ आउंदी उहनूं लताड़ के लंघण दी समर्था उहदे विच हुंदी, ओह बचाउंदा नहीं, रखदा नहीं। उहदे विच इह समर्था है, वो किसी चीज़ विच फड़िया नहीं जाता, किसी चीज़ नाल उहदी पकड़ नहीं बनती, चंबड़दा नहीं, उहनूं अभ्यागत कहंदे ने। फिर उन्होंने पाप नहीं लग सकता। बस यही तरीका है। जिदण सोना ते मिट्टी, गुरु अर्जन देव जी ने कहा तैसा स्वर्ण तैसी उस माटी, तैसा अमृत तैसी बिख खाटी, तैसा मान तैसा अभिमान। जदों ये सुखमणी साहब पढ़ी दीए ते नाल एक गल आउंदी है भी गुरु अर्जन देव पातशाह जी अखर तुसीं लिख दिते, पढ़ असीं देंगे, पंजाबी सानू आउंदी है। एक किते सिर ते हथ रखना, एक अद्धा अखर अंदर भी वस जाए, नहीं तो मान ते अपमान इक्को जिहा हो सकते हैं। सतगुरां ने ते कहा भी मान पिछे मुनी गल गए, आम बंदे नहीं। मान मुनी मुनिवर गले, मान सबे को खाए, खा गया सारियां नूं। जिहड़ा बंदा थोड़ा जिहा झुकदा वो चंगा लगदा, जिहड़ा नहीं झुकदा वो उन्ना चंगा नहीं लगदा। पर किन्नी गल वधिया होवे, ना झुकण वाला भी उन्ना ही प्यारा लगे ते झुकण वाला भी उन्ना कोई लगे, बराबर रवे। फिर गल कुछ ना कुछ शुरू हुंदी है। तां तैसा मान तैसा अभिमान तैसा रंक तैसा राजान, कसवटियां बड़ियां बड़ियां ने। तैसा रंक तैसा राजान, जो वरताए साई जुगत। जो जिंदगी विच दे ना रब, जो वरताए दा अर्थ है उन्हों ही जुगत बनाउणा है। होर बाहरों किसी चीज़ ने आके साडी जिंदगी दी जुगत बनना ही नहीं। जो वरताए, जो मिलिया है, जे सुख मिलिया सुख नूं जुगत बनाया जा सकदा। ये नहीं भी सुख छड्डो जरूर। गुरु साहब ने जिथे कहा भी दुख आवे तो प्रवान कर, उत्थे ये भी कहा भी सुख आवे उन्होंने भी प्रवान कर, उहदी भी वरतों कर। जो वरताए साई जुगत, यानी कि जिहड़ा इटां दा ढेर लगा होया है रस्ते विच, कोई अद्धी है कोई पौनी है कोई रोड़ा है, उन्हां सारियां नूं जोड़ दे, अद्धियां नूं भी पौणियां नूं भी रोड़ियां नूं सारियां नूं जोड़ दे, विचों ना चुण। इसलिए सियाणे कहंदे ने ओही पत्थर रस्ते दे उत्ते पिया होया मनुख दे पैर नूं जख्म देंदा है, ठेडा लग जांदा है। जे उन्हां पत्थरां नूं तरतीब विच कर दे ते ओही पत्थर पौड़ियां बन जांदे। जिंदगी कुछ इस तरह दी है, इहदे राह विच जिन्ना कुछ खिलरिया होया है वो जिद्दण तरतीब विच आ गया, जिद्दण सिंबल ठीक हो गया, ਉਹਦੇ तरीके ठीक हो गए। मैं सवेरे ही गल कर रहा सी सांझी भी दुख ते सुख की है। सतगुरां ने कहा दुख सुख दोनों कपड़े,
ਪਹਿਰੇ ਜਾਏ ਮਨੁੱਖ। ਪਹਿਰੇ ਜਾਏ ਦਾ मतलब बदलता है, यानी कि इत्थे इशारा किया है ਜਿਹੜੀ ਰੁੱਤ है सजना वो कपड़ा पाई फिर दुख नहीं देगा। हुण सियाल है, हुण गर्म पा, पर एक ख्याल रखी 3-4 महीनों नूं रुत बदल जानी है। जे तू यही मूर्खता कर ली भी ये गर्म ही पा के रखने लाने नहीं, फिर नहीं चलेगा। फिर इन्होंने दुख देना, तेन पसीना आएगा, गर्मी लगेगी। दुख आउंदा ही, दुख किनू कहंदे जदों वरतों गलत हो जाए। हुण ठंड है, हुण तू पा गर्म कपड़े, अगे गर्मी विच नहीं। हुण तेरी उम्र है, हुण तू संसारी हो सकदा, पर तू तो 80 साल का हो गया तो फिर भी नहीं छड्डदा वही गल्लां, फिर भी वही गर्म कपड़े, फिर भी वही कुछ। फिर तू कपड़े बदलने सन, जे उत्थे बदल जांदो तो कदी कपड़े दुख नहीं सन देंदे। गर्मी विच पतले चाहिए सन, बदलने सन, पर बंदा बदलदा नहीं। जिहड़ी चीज़ की लोड़ है समय नाल बनाई है रब ने, उहदी वरतों उन्ना चिर कर ते उन्नी कर। सिर्फ हुण जे कोई बंदे कोल कपड़े ज़्यादा ने, वो कहे भी मेरे कोल बड़े, तो पहनी जाए थले आ जाएगा, कपड़ियां दे ढेर दे थले डिग पैगा, फस जाएगा। करीब करीब साडी हालत इसे तरह की बन चुकी है। असी पदार्थां नूं इन्ना वलेट लिया अपने दुआले भी आप उहदे थले असी दबे गए हैं। इन्ने कपड़े पा लए, पाउणे सी जिन्नी जरूरत सी, जिन्नी लोड़ सी। तां दुख सुख दोनों कपड़े पहरे जाए मनुख। समय अनुसार वस्तु की वरतों करनी दुखदाई नहीं हो सकती। जदों यदि असी सिस्टम नूं गलत वरतों करने, गुरु की मत तो बिना वरतने, उदों ये दुख बनता है। तो मैं बेनती साझी कर रहा सी, सारियां नूं देण वाला है, सारियां दे उत्ते किरपा करन वाला है। कलगियां वाले पातशाह जी अज दे बचनां विच रहमत कर रहे ने, कहंदे ने कि सरबत्तर दीन है, के सरबत्तर दीन है। सारियां दे अगे कक्के नूं सियारी लगी हुई है। कि जदों कक्के दे अगे सियारी लगदी, उहदा हुंदा क्वेश्चन, प्रश्नवाचक। तू किते इस तरह दा ते नहीं कि सारियां नूं दे रहा, मैं तैनूं देखिया है, तू सारियां नूं देण वाला है, पर अगले ही पल मैं तैनूं वेख्या कि सरबत्तर लीना है। ये खेड़ खेड़ रहा, तू देंदा है फिर लै लेना है, फिर उहदे पिछे भजदे ने। खुस गया। बड़ी बारी आपां कहने बड़ा कुछ सी हुण नहीं कुछ रहा, बड़ी बारी कहने कुछ भी नहीं सी हुण बड़ा कुछ आ गया। इस तरह ही रहेगा। जेड़ा इनू समझ गया, जेड़ा इहदे नाल खुशी विच चला गया, भी दिता सी उदों भी ठीक सी, हुण नहीं, हुण भी ठीक, कल नूं फिर आ जाना है, फिर चला जाना है। इनू कलगियां वाले ने कहा है बड़ा औखी गल। ये गल वैसे मैं कह रहा सिर्फ, ये जदों हो गया, ये सच है। जिन्हों कहते ने गुरु की बख्शिश, उहदे तो बिना ये जिंदगी विच हंडाया नहीं जाता, है बड़ा औखा। जिदन सतगुरु कलगियां वाले पातशाह देने गए ने, उत्थे दो भरा सन, भाई धर्म सिंह ते भाई परम सिंह। ਜਿਹੜੇ ਉੱਥੇ ਰਹਿੰਦੇ ਸਨ ਉਹ ਤੇ ਭਾਈ ਲਖਮੀਰ, ਭਾਈ ਸ਼ਮੀਰ ਤੇ ਭਾਈ ਤਖਤਮਲ, ਇਹ ਤਿੰਨੇ ਭਾਈ ਰਾਏ ਜੋਤ ਦੇ ਪੋਤਰੇ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਰੱਖਿਆ ਦੀਨੇ ਵਿੱਚ। ਉੱਥੇ ਨੇੜੇ ਇਲਾਕੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਸਨ, ਭਾਈ ਸਾਧੂ ਤੇ ਭਾਈ ਰੂਪਾ। ਉਹਨਾਂ ਦੇ ਅੱਗੋਂ ਪੋਤਰੇ ਸਨ ਇਹ ਦੋਵੇਂ, ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ। ਇਹਨਾਂ ਨੂੰ ਪਤਾ ਲੱਗਾ ਵੀ ਕਲਗੀਆਂ ਵਾਲੇ ਆਏ ਨੇ, मिलने वास्ते आए संगत नाल लैके। सतगुरु अगे शाम के दरबार विच बैठे हुए सन। भाई परम सिंह ते धर्म सिंह कई बारी उदों पहला आनंदपुर साहब गए सन, उतों की रौनक वेखी सी उन्होंने। चारे साहबजादियां ने घोड़ियां ते चढ़ के घोड़े भजाने, शस्त्र विद्या होनी, प्रशादी हाथी ने चौर करना, बड़ियां रौनकां वेखियां सन। अज जदों वेख्या ना
भाई परम सिंह ते धर्म सिंह दरबार विच हाज़र होए। वेख्या अज कलगियां वाला कल्ला ही बैठा होया है, कोल साहिबजादे भी नहीं, कोल भाई उदय सिंह वर्गे सूरमे भी कोई नहीं, प्रशादी हाथी चौर भी नहीं कर रहा, तख्त भी सीधा जी लाया होया है। सिख दा प्यार बड़ा डूंगा सी। नेड़े जांदियां जांदियां उहदियां भुब्बां निकल गईयां, रोण लग पिया, चरनां ते सिर रखिया, अखां विचों पानी बहन लग पिया। सतगुरां ने उहदे प्यार नूं प्रवान कीता भी इस सिख नूं भावें ये जीव कोटी विच विचर रहा है, पर इनू मेरे नाल प्यार बड़ा डूंगा है। सतगुरां ने बांह फड़ी, धर्म सिंह नूं नेड़े कीता, अपने मत्था फड़िया, कहन लगे धर्म सिंघा की गल, तूं ते खानदानी सिख है, साडे दादे नाल तेरे दादे होरी रहे ने, की गल घबरा क्यों गया है? उन्हें क्या महाराज मेरी नज़र दृष्टि संसारी मेरे मन विच मोह है। किधर गए हैं बाबा फतेह सिंह होरी, किधर गए ने बाबा जोरावर सिंह, इत्थे कुछ नज़र नहीं आ रहा, कुछ दिसदा नहीं। सतगुरां ने एक वचन कीता सी, धर्म सिंघा किते नहीं गए, इत्थे हन, कुछ भी गया नहीं, बस सिर्फ खेड सी, उसी खेड दिती है, तमाशा करना सी। मैं हूँ परम पुरख को दासा, देखण आयो जगत तमाशा। भाई परम सिंह ने कहा महाराज तुसी ते तमाशा वेखण वाली अख रखदे हो, पर साडी अख ते मोह वाली, सानू ते तमाशा नहीं दिसदा, सानू बहुत दुख है। कहन लगे भी है, संसार विच मोह भी हुंदा चलदा, तुसी अपनी थां ते ठीक हो, पर धर्म सिंह जी इधर कोई फर्क नहीं पिया, कोई फर्क नहीं पिया, क्योंकि मैनू पता है भी ये संसार दे अर्थ ही ये ने, जिथे कुछ आउंदा है, कुछ रहिंदा है, जांदा है, फिर आउंदा है, ये इसे तरह चलदा है। फिर उन्हें बेनती की कि सतगुरु साडे ते कृपा करो, साडा ते मोह वाला मन है। हजूर ने सिर ते हथ रखिया, उन्होंने जीव कोटी विचों ज्ञान कोटी विच खिंच लिया। ज्ञान कोटी यानी कि वो दुनिया जिथे जाके संसार दा सही स्वरूप नज़र आउण लग पैंदा, रहमत कर देती, पता लग गया जिहड़ा दिंदा है वो लैंदा है, पर ये सारियां दे जीवन विच आए गुरु दी कृपा तो बिना नहीं, ते सुखी वो ही हो सकदा जिहड़ा इहदे नाल बझा होया नहीं, क्योंकि इन्हें तो घटना बदना है जरूर। तो सतगुरु कहंदे सारियां नूं देण वाला है, पदार्थ देंदा है, फिर सरके सरबत्तर लीना, फिर तू लै लैंदा है। अगे उहदे गुण दसे, कहंदे कि सरबत्तर जाहो, जाहो कहंदे ने, जा कहंदे ने थां नूं, साईं मुझ स्यों लर भरिया तुझ किन फरमाई गाए, गाए दा अर्थ भी थां है, जाए दा अर्थ भी थां है, ये शब्द ने के सरबत्तर जाहो, सारियां थावां ते तेरा निवास है, कोई थां ऐसी नहीं जिथे तेरा निवास नहीं। फिर कहंदे सरबत्तर भाहो, भाहो दा अर्थ है कि सारियां दियां भुजावां विच तेरा ही बल है, तेरी ही शक्ति है। बचन कीते कहंदे सरबत्तर देश है, ये सारे देश तेरा ही देश ने, इन्हां विच तेरा निवास है। कि सरबत्तर भेस है, किन्नी तरह के वेश ने, किन्नी तरह के जीव ने, सारियां दे विच तेरा जलवा, तेरा नूर नज़र आ रहा है। सतगुरु अगे बचन करदे कहंदे कि सरबत्तर काल है, सारियां दा काल रूप है। काल दा मतलब हुंदा समा, टाइम। ये जिन्ना भी संसार असी वेख रहे हैं ना, साडे सामने है, ये जिहड़ा संसार है इत्थे काल बनिया, समय दी वंड है, इत्थे चीज़ां दे साल गिणे जांदे ने।
है कुछ नहीं है, समा असल विच है ही नहीं। आ जदों कई बारी सोचीदा भी साडी कौम तो कैलेंडर ही ठीक नहीं हो रहा, भी आए साल बदल देने, बई तुसीं इन्ना कीमती एनर्जी कौम दी समा वंडण विच ही ला दित्ती, ते छोटी जी गल है। गुरु ग्रंथ साहिब जी दे 1430 अंग ने, उन्हां दा भी फिक्र करो, उन्हां दी व्याख्या हो जाए। आए साल गुरपुरब तब्दील कर देना, फिर संगत दुविधा विच पै जाणी, इहनूं इक्को थां ते टिका देना चाहिए, कोई बहुती वड्डी गल नहीं, सारे समय उन्हें ही बनाए। गुरु साहब ने शायद इस झगड़े नूं निबेड़न लई कहा सी भी कवण सो वेला वक्त कवण, कवण तित कवण वार, कवण सिरुती माह कवण जित होवा आकार, वेल ना पाईया पंडिती। नहीं पता किसी नूं क्यों एवें समा बर्बाद कर दे, इनू मिथो किते ना किते शुरू करना पेगा, होर कुछ भी नहीं। वेले दा पता नहीं किसी नूं, आरंभ कदों होया, एक झटके दे नाल वेला शुरू होया। काल, काल दा ये सिस्टम चलिया, और इस काल दे देश विच रहिंदियां होया ਜਿਹੜੇ अकाल नाल जुड़े ने, शब्द नाल जुड़े ने, वो काल दी हद नूं तोड़ के अगे चले गए। उत्थे उम्र नहीं हुंदी, उत्थे साल खत्म हो जाते हैं, बुढ़ेपा नहीं उत्थे, उन्होंने अपने शरीर का भी फिक्र नहीं रहिंदा भी हुण काले नहीं रहे की करिए, चिट्टे आउण लग पे। बहुते लोग तो इस चिंता विच ही विचारे जिंदगी दी बहुता समा गवा लेंदे भी हुण कालियां तो चिट्टे होण लग गए, किवें करी, बड़े चिंतित, बड़े रोगी हो जाते हैं। पर जिन्हां ने काल दे चक्कर नूं तोड़िया है, अकाल नाल जुड़े ने, उन्हां वास्ते चीज़ां तुच्छ हो जांदियां, छोटियां हो जांदियां। तां वेला जिहड़ा है, ये वेले विच सारे जीव फसे हुए हैं काल दे अंदर। ये काल भी वो आप ही है। सतगुरु कहंदे के सर्वत्र कालै, के सर्वत्र पालै, के तू सारियां दी पालना करन वाला है, के सर्वत्र हंता, के सर्वत्र गंता। हंता दा मतलब है हत्या करनी, तू किवें दा है, आप ही ते पैदा करना है, फिर आप ही लोकां दी हत्या, हंता, हंत कर देना, हत कर देना, मार देना। पर तेरे ते दोष कोई नहीं ला सकता। किन्नियां नूं तू हर रोज इथों चुक लेना है, बस इकट्ठे होके ही कह देंदे ने रब ने कीता है, होर कुछ कर ही नहीं सकते बस, क्योंकि उहदे उत्ते किहड़ा केस चलदा। उन्हें अपने आप नूं सेफ रखिया भी शरीर धारी नहीं होया। सच जानो, जे रब शरीर धारी हो जाता तो उहदे उत्ते हुण नूं किन्ने केस चलदे, बंदे ने चला देने सी। जिथे जिथे रब थोड़ा जिहा प्रगट होया, उत्थे उत्थे बंदे ने किते तत्ती तवी ते रब नूं बिठाया है, किते देग विच उबाल दिता है, किते कुछ कर थोड़ा जिहा प्रगट होया कुछ शरीरां विच, किते सूली ते चढ़ाया है, किते कुछ कर दिता है। इसलिए उन्हें सोचा भी मैं बाहर नहीं आना, वो सच्चा है, उन्होंने पता है बंदियां दा भी इन्हां ने दूजे दिन ही कर लेना काबू, इस करके वो देहधारी नहीं हुंदा। कदी कदी किसी देह विच प्रगट हुंदा है, ते जिहड़ी देह विच प्रगट हुंदा संसारी उन्होंने कतल कर देंदे ने, मार देंदे ने, खत्म कर देंदे ने। संसार ने कदी रब नूं पहचानिया नहीं। ये तो साडी मजबूरी है उहदे गीत गाउणे, फुੱਲ चढ़ाउणे, क्योंकि सानू खतरा है भी जे असीं उहदे अगे कुछ झुके ना तो कोई होर ना गल हो जाए। प्रमाण नहीं किया कदी संसार ने परमात्मा ने, सदा ही उसनूं बट्टे मारे भूतना किया, बेताला किया, तत्ती तवी ते बिठाया, कदी किते रूम विच लपेट दिता, कदी आरे नाल, कदी खोपरी ला दिती। ये रब ही सी, थोड़ा जिहा शरीरां विच प्रगट हो गया। इसलिए उन्हें ये घटनावां वेख के मन बनाया भी इन्हां दे सामने नहीं आउणा, कम वक्त पालना भी करनी इन्हां दी। ये छड्डदे नहीं किसी नूं, इस करके लुकिया बैठा, गैबुल गैब है। तां मैं बेनती कर रहा सी, सतगुरु कहंदे ने कि सर्वत्र हंता, जदों किसी दा समा आ जांदा उन्हां नूं हत्थ कर देना,
के ਸਰਬੱਤਰ ਗੰਤਾ, ਗੰਤਾ ਕਹਿੰਦੇ ਨੇ ਗਤੀ ਨੂੰ, ਚਾਲ ਨੂੰ। ਸਾਰਿਆਂ ਦੀ ਗਤੀ ਤੂੰ ਆਪ ਹੈ, ਸਾਰਿਆਂ ਨੂੰ ਤੋਰਨ ਵਾਲਾ ਹੈ। ਕੇ ਸਰਬੱਤਰ ਭੇਖੀ, ਕੇ ਸਰਬੱਤਰ ਭੇਖੀ। ਭੇਖੀ ਦਾ ਅਰਥ ਹੈ ਸਾਰਿਆਂ ਭੇਸਾਂ ਵਿੱਚ ਤੂੰ ਆਪ ਹੈ ਤੇ ਸਾਰਿਆਂ ਨੂੰ ਪੇਖ ਰਿਹਾ ਹੈ। ਦੂਜੇ ਪੇਖੀ ਦਾ ਅਰਥ ਹੈ ਵੇਖਣਾ, ਸਾਰਿਆਂ ਨੂੰ ਦੇਖਣ ਵਾਲਾ ਹੈ। ਇਹ ਫਿਕਰਾ ਬੜੇ ਕੰਮ ਆਉਣ ਵਾਲਾ ਹੈ। ਜੇ ਮਤਲਬ ਉਹ ਸਾਰਿਆਂ ਨੂੰ ਵੇਖਦਾ ਹੈ, ਇਹਦਾ ਮਤਲਬ ਮੈਨੂੰ ਵੀ ਵੇਖਦਾ ਹੈ। ਤੇ ਮੈਨੂੰ ਸਿਰਫ ਗੁਰਦੁਆਰੇ ਵਿੱਚ ਨਹੀਂ ਵੇਖਦਾ, ਘਰ ਵੀ ਵੇਖਦਾ ਹੈ, ਦੁਕਾਨ ਤੇ ਵੀ, ਸਭ ਥਾਵਾਂ ਤੇ ਵੇਖ ਰਿਹਾ ਨੇੜਿਓਂ। ਇਹ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਨੁਕਤਾ ਬੜਾ ਜ਼ਬਰਦਸਤ ਹੈ ਵੀ ਉਹ ਤੈਨੂੰ ਨੇੜਿਓਂ ਦੇਖ ਰਿਹਾ ਹੈ। ਇਹ ਅਭਿਆਸ ਕਰਕੇ ਵੇਖ ਲੈਣਾ। ਜਿਹੜੇ ਅਭਿਆਸ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਨੇ ਉਹ ਤੇ ਅਸਾਂ ਕੀਤੇ ਹੀ ਨਹੀਂ। ਆ ਦੂਜੇ ਅਭਿਆਸਾਂ ਵਿੱਚ ਹੀ ਫਸੇ ਰਹੇ ਵੀ ਕਿੱਥੇ ਧਿਆਨ ਲਾਉਣਾ, ਧੁੰਨੀ ਤੇ ਲਾਉਣਾ ਕਿ ਸਿਰ ਵਿੱਚ ਲਾਉਣਾ। ਇਹ ਬੜਾ ਜ਼ਬਰਦਸਤ ਧਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਤੂੰ ਮਹਿਸੂਸ ਕਰ ਵੀ ਤੂੰ ਜਿੱਥੇ ਵੀ ਹੈ 24 ਘੰਟੇ ਉਹ ਤੇਰੀ ਹਰ ਇੱਕ ਹਰਕਤ ਨੂੰ ਬਿਲਕੁਲ ਨੇੜਿਓਂ ਵੇਖ ਰਿਹਾ ਹੈ। ਕਿ ਸਰਬੱਤਰ ਪੇਖੀ, ਤੇਰੇ ਸਾਰੇ ਜੀਵਨ ਨੂੰ ਦੇਖ ਰਿਹਾ ਹੈ। ਤਾਂ ਦੂਜੇ ਦਿਨ ਚਾਲ ਬਦਲ ਜਾਏਗੀ ਬੰਦੇ ਦੀ ਜੇ ਨਾਲ ਵੇਖ ਰਿਹਾ। ਪਰ ਆਦਮੀ ਤੇ ਇਸ ਗੱਲ ਨੂੰ ਸੁਣ ਕੇ ਵੀ ਰਾਜੀ ਨਹੀਂ। ਉਹ ਕਹਿੰਦਾ ਵੀ 2-4 ਮਿੰਟ ਗੁਰਦੁਆਰੇ ਜਾਣਾ ਬਸ। ਉਹ ਵੀ ਤੁਸੀਂ ਭਾਗਾਂ ਵਾਲੇ ਹੋ, ਆ ਜਾਂਦੇ ਹੁਣ ਤੇ ਵੀ ਕਹਾਣੀ ਨੇੜੇ ਤੇੜੇ ਲੱਗ ਗਈ। ਹੁਣ ਤੇ ਉਹ ਵੀ ਬੰਦੇ ਨੇ ਤਿਆਗ ਦਿੱਤਾ ਹੈ ਕਿਉਂਕਿ ਅਸੀਂ ਘਰੋਂ ਘਰ ਗਿਆਨ ਦੇ ਦਿੱਤਾ ਬਹੁਤ। ਤਾਂ ਵੇਖਣ ਵਾਲਾ ਇੱਕ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਤੇ ਤੂੰ ਮਹਿਸੂਸ ਕਰ ਤੇਰੀ ਹਰ ਇੱਕ ਹਰਕਤ ਨੂੰ ਵੇਖੀ ਜਾ ਰਿਹਾ ਕਿ ਸਰਬੱਤਰ ਪੇਖੀ, ਕੇ ਸਰਬੱਤਰ ਕਾਜੈ। ਸਾਰੇ ਕਾਰਜਾਂ ਵਿੱਚ ਉਹ ਸਮਾਇਆ ਹੋਇਆ ਹੈ। ਕੇ ਸਰਬੱਤਰ ਰਾਜੈ, ਸਾਰਿਆਂ ਦਾ ਰਾਜਾ ਹੈ। ਕੇ ਸਰਬੱਤਰ ਸੁਖ ਹੈ, ਸਾਰਿਆਂ ਦੇ ਜੀਵਨ ਵਿੱਚੋਂ ਪਾਪ ਦੀ ਮੈਲ ਨੂੰ ਸੁਖ ਹੈ ਦਾ ਅਰਥ ਹੈ ਸੁਕਾ ਦਿੰਦਾ ਹੈ। ਜਿਨ੍ਹਾਂ ਤੇ ਕਿਰਪਾ ਕਰਦਾ ਹੈ ਉਹਨਾਂ ਨੂੰ ਸੋਖ ਲੈਂਦਾ ਹੈ। ਜਾਂ ਇਹਦੇ ਅਰਥ ਇਹ ਵੀ ਕੀਤੇ ਵਿਦਵਾਨਾਂ ਨੇ, ਸੁਖ ਹੈ ਦਾ ਅਰਥ ਹੈ ਸੁਕਾ ਲੈਣਾ। ਵੱਡਿਆਂ ਦੇ ਵਿੱਚੋਂ, ਅਮੀਰਾਂ ਦੇ ਵਿੱਚੋਂ ਅਮੀਰੀ ਨੂੰ ਸੁਕਾ ਦਿੰਦਾ ਹੈ, ਉਹਨਾਂ ਨੂੰ ਗਰੀਬ ਕਰ ਦਿੰਦਾ। ਕਿ ਸਰਬੱਤਰ ਭੁੱਖ ਹੈ, ਭੁੱਖ ਹੈ ਦਾ ਅਰਥ ਹੈ ਭਰਨਾ, ਤੇ ਜਿਹੜੇ ਖਾਲੀ ਨੇ ਉਹਨਾਂ ਨੂੰ ਭਰ ਦਿੰਦਾ ਹੈ। ਇਹ ਉਹਦੇ ਗੁਣ ਨੇ ਕਿ ਸਾਰਿਆਂ ਦੇ ਜੀਵਨ ਨੂੰ ਦਾਨ ਦੇਣ ਵਾਲਾ ਗੁਣ ਕਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ। ਆਓ ਸਾਧ ਸੰਗਤ 1-2 ਮਿੰਟ ਵਾਸਤੇ ਗੁਰੂ ਕੇ ਸ਼ਬਦ ਦੁਆਰਾ ਉਹਦੇ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ।